ਬੀਬੀਆਂ ਵੱਲੋਂ ਜੋ ਉਪਰਾਲੇ ਕੀਤੇ ਜਾਂਦੇ ਨੇ ਲਗਾਤਾਰ ਉਹ ਬਹੁਤ ਵਡਮੁੱਲੇ ਉਪਰਾਲੇ ਹੁੰਦੇ ਨੇ। ਅੱਜ ਸਵੇਰੇ ਹੀ ਸ਼੍ਰੀ ਜਾਪ ਸਾਹਿਬ ਦੇ ਲੜੀਵਾਰ ਪਾਠ 'ਚੋਂ ਇਹਨਾਂ ਨੇ ਆਰੰਭ ਕੀਤੇ ਸੀ, ਉਹਨਾਂ ਦੀ ਸਮਾਪਤੀ ਹੋਈ ਹੈ। ਹੁਣ ਫਿਰ ਮਾਘ ਦੇ ਮਹੀਨੇ ਦੇ ਪਾਠ 30 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਇਹਨਾਂ ਨੇ ਫਿਰ ਅਲੀਕੇ ਦੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ। ਸਵੇਰੇ 11 ਤੋਂ 12:30 ਵਜੇ ਤੱਕ ਇੱਕ ਲਗਾਤਾਰ ਉਪਰਾਲੇ ਇਹਨਾਂ ਵੱਲੋਂ ਚੱਲਦੇ ਰਹਿੰਦੇ ਨੇ ਅਤੇ ਹੋਰ ਵੀ ਸੇਵਾਵਾਂ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਇਹਨਾਂ ਵੱਲੋਂ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ। ਅਤੇ ਹੁਣ ਜੋ ਆਪਾਂ ਸਮਾਂ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਪ੍ਰਭਜੋਤ ਕੌਰ ਜੀ, ਜਿਨ੍ਹਾਂ ਬਾਰੇ ਮੈਂ ਅਕਸਰ ਤੁਹਾਨੂੰ ਬਾਰ-ਬਾਰ ਦੱਸਦਾ ਵੀ ਉਹ 3 ਕਾਲਜ ਦੇ ਪ੍ਰਿੰਸੀਪਲ ਰਹੇ ਨੇ ਅਤੇ ਇਸ ਵੇਲੇ ਵੀ ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਦੇ ਵਿੱਚ ਬਤੌਰ ਪ੍ਰਿੰਸੀਪਲ ਚੱਲ ਰਹੇ ਨੇ। ਪਹਿਲਾਂ ਸਰਕਾਰੀ ਕਾਲਜ ਲੁਧਿਆਣੇ ਪ੍ਰਿੰਸੀਪਲ ਰਹੇ ਨੇ, ਫਿਰ ਗੁਰਮਤਿ ਕਾਲਜ ਪਟਿਆਲੇ ਰਹੇ ਨੇ ਪ੍ਰਿੰਸੀਪਲ। ਅਤੇ ਇਸ ਵੇਲੇ ਜੋ ਗੁਰਮਤਿ ਪ੍ਰਸਾਰ ਸੇਵਾ ਸੁਸਾਇਟੀ ਵੱਲੋਂ ਸੰਸਥਾ ਚਲਾਈ ਜਾ ਰਹੀ ਹੈ ਉਸ ਵਿੱਚ ਵੀ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਨੇ। ਕਈ ਪੁਸਤਕਾਂ ਇਹਨਾਂ ਦੇ ਲਿਖੀਆਂ ਨੇ ਅਤੇ ਆਓ ਆਪਾਂ ਉਹਨਾਂ ਤੋਂ ਲੈਕਚਰ ਸਰਵਣ ਕਰੀਏ। ਅੱਛਾ ਆ ਗਈ ਮੈਂ ਸੁਣੀ ਦੱਬੀ ਜਾਂਦਾ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਲਓ ਸੈੱਟ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹੇ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਗੰਮੀ ਪ੍ਰੇਮ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਭਾਰਤ ਹੀ ਨਹੀਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਬੜਾ ਵਿਲੱਖਣ ਥਾਂ ਹੈ ਅਤੇ ਸਾਨੂੰ ਮਾਣ ਹੈ ਕਿ ਉਹ ਸਾਡੇ ਪਿਤਾ ਸਨ, ਸਾਨੂੰ ਮਾਣ ਹੈ ਕਿ ਉਹ ਸਾਡੇ ਗੁਰੂ ਸਨ, ਸਾਨੂੰ ਮਾਣ ਹੈ ਕਿ ਉਹ ਸਾਡੇ ਆਗੂ ਸਨ। ਸੋ ਆਓ ਗੁਰੂ ਸਾਹਿਬ ਦੀ ਸੰਗਤ ਵਿੱਚ ਬੈਠ ਕੇ ਥੋੜ੍ਹੀਆਂ ਜਿਹੀਆਂ ਇਤਿਹਾਸ ਦੇ ਨਾਲ ਜੁੜੀਏ, ਇਤਿਹਾਸ ਦੀਆਂ ਗੱਲਾਂ ਕਰੀਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੋ ਜਿਹਾ ਇਤਿਹਾਸ ਰਚਿਆ, ਕਿਵੇਂ ਉਹ ਇੱਕ ਵਿਲੱਖਣ ਸ਼ਖਸੀਅਤ ਬਣ ਗਈ, ਇੱਕ ਮਰਦ ਅਗੰਮੜਾ ਬਣ ਗਏ, ਇੱਕ ਵਰਿਆਮ ਇਕੇਲਾ ਬਣ ਗਏ, ਜਿਹੜੇ ਅਗੰਮੇ ਮਰਦ ਸਨ ਜਿਨ੍ਹਾਂ ਦੇ ਸਾਨੀ ਕੋਈ ਨਹੀਂ ਹੈਗਾ। ਇਹ ਕਿਵੇਂ ਹੋ ਗਿਆ? ਇਹ ਕੇਵਲ ਅਸੀਂ ਨਹੀਂ, ਸਾਰਾ ਸੰਸਾਰ ਇਹ ਕਹਿ ਰਿਹਾ। ਅਤੇ ਮੈਂ ਅੱਜ ਆਪਣੀ ਗੱਲ ਸ਼ੁਰੂ ਕਰਾਂਗੀ। ਸਾਧੂ T.L. ਵਸਵਾਨੀ ਜੀ ਜੇ ਇੱਕ ਬੜੇ ਵੱਡੇ ਅਧਿਆਤਮ ਦੇ ਚਿੰਤਕ ਹੋਏ ਹਨ, ਉਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਕਹਿੰਦੇ ਹਨ। ਜਦੋਂ ਮੈਂ ਸੋਚਿਆ, ਮੈਂ ਇਹ ਕੋਟੇਸ਼ਨ ਪੜ੍ਹੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀਆਂ ਇਹ ਗੱਲਾਂ ਪੜ੍ਹੀਆਂ, ਮੇਰਾ ਦਿਲ ਕਰ ਆਇਆ ਕਿ ਮੈਂ ਸੰਗਤ ਨਾਲ ਸ਼ੇਅਰ ਕਰਾਂ। ਫਿਰ ਮੈਂ ਆਪਣੇ ਆਪ ਨੂੰ ਕਿਹਾ, ਮੈਂ ਕਿਹਾ ਸਾਨੂੰ ਹੋਰ ਕਿਸੇ ਦੀ ਗਵਾਹੀ ਦੀ ਲੋੜ ਨਹੀਂ, ਅਸੀਂ ਗਵਾਹ ਬਣੀਏ ਕਿ ਗੁਰੂ ਗੋਬਿੰਦ ਸਾਡੇ ਪਿਤਾ ਸਨ, ਅਸੀਂ ਉਹਨਾਂ ਦੇ ਗਵਾਹ ਬਣੀਏ, ਹੋਰ ਕਿਸੇ ਦੀ ਗਵਾਹੀ ਦੀ ਲੋੜ ਨਹੀਂ। ਪਰ ਫਿਰ ਆਪਣੇ ਮਨ ਨੂੰ ਕਿਹਾ, ਨਹੀਂ, ਕੰਪੈਰੇਟਿਵ ਰਿਲੀਜਨ ਇਸ ਨੂੰ ਹੀ ਕਹਿੰਦੇ ਹਨ ਕਿ ਜਿਸ ਨੇ ਹੋਰ ਧਰਮਾਂ ਦਾ ਅਧਿਐਨ ਕੀਤਾ ਹੋਵੇ, ਹੋਰ ਧਰਮਾਂ ਵਿੱਚ ਨਾਯਾਬ ਕਾਬਲੀਅਤ ਹਾਸਿਲ ਕੀਤੀ ਹੋਵੇ, ਉਹ ਕੀ ਮਹਿਸੂਸ ਕਰਦੇ ਹਨ। ਸੋ ਉਹ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਜੋ ਹੈ ਦੁਨਿਆਵੀ ਤੌਰ 'ਤੇ, ਵੈਸੇ ਤਾਂ ਉਹ ਹਮੇਸ਼ਾ ਹੀ ਸਾਡੇ ਦਰਮਿਆਨ ਹਨ, ਪਰ ਦੁਨਿਆਵੀ ਤੌਰ 'ਤੇ ਜੋ ਉਹਨਾਂ ਦਾ ਸਮਾਂ ਹੈ ਉਹ 17ਵੀਂ ਸਦੀ ਦਾ ਹੈ। 1708 ਵਿੱਚ ਉਹ ਜੋਤੀ ਜੋਤ ਸਮਾ ਗਏ ਅਤੇ 17ਵੀਂ ਸਦੀ ਮੇਨ ਉਹਨਾਂ ਦਾ ਜਿਹੜਾ ਕਰਮ ਭੂਮੀ ਰਹੀ ਹੈ, ਕਿਸ ਸਮੇਂ ਵਿੱਚ ਰਹੀ ਹੈ ਕਰਮ ਭੂਮੀ ਉਹਨਾਂ ਦੀ, ਇਹ ਹਿੰਦੁਸਤਾਨ ਦੀ ਥਾਂ ਇਹ 17ਵੀਂ ਸਦੀ ਵਿੱਚ ਰਹੀ। ਤਾਂ 17ਵੀਂ ਸਦੀ ਦੇ ਇਤਿਹਾਸ ਦੀ ਗੱਲ ਕਰਦੇ ਨੇ ਕਿ ਜਦੋਂ ਮੈਂ ਜ਼ਹਿਨੀ ਤੌਰ 'ਤੇ ਅੰਦਰ ਮੇਰੇ ਜ਼ਿਹਨ ਵਿੱਚ ਜਦੋਂ ਗੱਲਾਂ ਆਉਂਦੀਆਂ ਹਨ ਕਿ ਹੋਰ ਸੰਸਾਰ ਵਿੱਚ ਕਿਹੜੇ ਕਿਹੜੇ ਬੰਦੇ ਅਜਿਹੇ ਸਨ ਜਿਨ੍ਹਾਂ ਨੇ ਦੁਨੀਆ ਦੀ ਸ਼ਕਲ ਹੀ ਬਦਲ ਦਿੱਤੀ, ਜਿਨ੍ਹਾਂ ਨੇ ਦੁਨੀਆ ਦਾ ਇਤਿਹਾਸ ਬਦਲਿਆ, ਜਿਨ੍ਹਾਂ ਦੀ ਖਾਸ ਕੰਟਰੀਬਿਊਸ਼ਨ ਹੈ ਸੰਸਾਰ ਦੇ ਇਤਿਹਾਸ ਵਿੱਚ,
ਮੈਂ ਦੇਖਦਾ ਵਾਂ 17ਵੀਂ ਸਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਧਰਤੀ 'ਤੇ ਵਿਚਰ ਰਹੇ ਸਨ ਤਾਂ ਹੋਰ ਕਿਹੜੇ ਕਿਹੜੇ ਅਜਿਹੇ ਪੁਰਸ਼ ਸਨ ਜਾਂ ਮਹਾਂਪੁਰਸ਼ ਸਨ ਜਿਹੜੇ ਇਸ ਸੰਸਾਰਿਕ ਧਰਤੀ 'ਤੇ ਵਿਚਰ ਰਹੇ ਸਨ। ਉਹ ਕਹਿੰਦੇ ਹਨ ਕਿ ਜਦੋਂ ਮੈਂ ਜ਼ਿਹਨੀ ਤੌਰ 'ਤੇ 17ਵੀਂ ਸਦੀ 'ਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਗੁਰੂ ਸਾਹਿਬ ਤੋਂ ਵਡੇਰਾ ਕੋਈ ਨਹੀਂ ਨਜ਼ਰ ਆਉਂਦਾ। ਇਸ ਤੋਂ ਪਹਿਲੇ ਕਿ ਮੈਂ ਗੱਲ ਕਰਾਂ ਕਿ ਅੱਗੋਂ ਕੀ ਉਹਨਾਂ ਨੇ ਕਿਹਾ, ਮੈਂ ਸਾਧੂ T.L. ਵਾਸਵਾਨੀ ਦੀ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇਣਾ ਚਾਹੁੰਦੀ ਹਾਂ। ਬੇਸ਼ੱਕ ਉਹ ਹਿੰਦੂ ਧਰਮ ਵਿੱਚ ਪੈਦਾ ਹੋਏ, ਵੇਦਾਂ ਦੇ ਗਿਆਤਾ ਸਨ, ਉਪਨਿਸ਼ਦਾਂ ਦੇ ਗਿਆਤਾ ਸਨ, ਬਹੁਤ ਗਿਆਨਵਾਨ ਸਨ, ਪਰ ਉਹਨਾਂ ਦੇ ਮਨ ਨੂੰ ਤਸੱਲੀ ਨਹੀਂ ਮਿਲੀ। ਉਹਨਾਂ ਨੇ ਸੋਚਿਆ ਕਿਉਂ ਨਾ ਮੈਂ ਕ੍ਰਿਸਚਨ ਬਣ ਜਾਵਾਂ। ਕ੍ਰਿਸਚਨ ਬਣ ਗਏ, ਬਾਈਬਲ ਦੀ ਸਟੱਡੀ ਕੀਤੀ, ਕੁਰਾਨ ਦੀ ਸਟੱਡੀ ਕੀਤੀ, ਪਰ ਫਿਰ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ। ਇੱਕ ਵਾਰੀ ਕ੍ਰਿਸਚਨ ਬਣ ਕੇ ਫਿਰ ਉੱਥੋਂ ਵਾਪਸ ਆ ਗਏ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਟੱਡੀ ਕੀਤੀ। ਅਤੇ ਉਹ ਕੀ ਕਹਿੰਦੇ ਹਨ ਕਿ ਮੈਂ ਮਹਿਸੂਸ ਕਰਦਾ ਹਾਂ ਕਿ 17ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਵਡੇਰਾ ਕੋਈ ਵਿਅਕਤੀ ਨਹੀਂ ਦਿਸਦਾ। ਇੰਗਲੈਂਡ ਵਿੱਚ ਉਸ ਸਦੀ ਵਿੱਚ ਮਹਾਨ ਜੌਨ ਬਨੀਅਨ ਨੂੰ ਦੇਖਦਾ ਹਾਂ, ਜਿਹੜਾ ਇੱਕ ਪੱਕਾ ਈਸਾਈ ਅਤੇ ਪੁਸਤਕ ਪਿਲਗ੍ਰਿਮ ਪ੍ਰੋਗਰੈਸ ਦਾ ਕਰਤਾ ਸੀ। ਅੰਗਰੇਜ਼ੀ ਦੇ ਸਾਹਿਤ ਦੇ ਵਿੱਚ ਜੌਨ ਬਨੀਅਨ ਇੱਕ ਬੜਾ ਵੱਡਾ ਥੀਓਲੋਜਿਸਟ ਰਿਹਾ। ਥੀਓਲੋਜਿਸਟ ਮੀਨਸ ਧਰਮ ਦੀ ਸਟੱਡੀ ਕਰਨ ਵਾਲਾ, ਅਧਿਆਤਮ ਦੀ ਸਟੱਡੀ ਕਰਨ ਵਾਲਾ। ਉਸ ਨੇ ਕਿਤਾਬ ਲਿਖੀ ਪਿਲਗ੍ਰਿਮਸ ਪ੍ਰੋਗਰੈਸ। ਇਹਦੀ ਅੰਗਰੇਜ਼ੀ ਸਾਹਿਤ ਦੇ ਵਿੱਚ ਬਹੁਤ ਵੱਡਾ ਥਾਂ ਹੈ, ਬਹੁਤ ਵੱਡਾ, ਇਹ ਅੱਛੀ ਮੋਟੀ ਕਿਤਾਬ ਹੈ ਔਰ ਇਸ ਨੂੰ ਬਹੁਤ ਵਧੀਆ ਕਿਤਾਬ ਸਮਝਿਆ ਜਾਂਦਾ ਹੈ। ਉਹ ਕਹਿੰਦੇ ਨੇ ਬਨੀਅਨ ਵੱਡਾ ਸੀ, ਉਹਨੇ ਸਾਰੀ ਪਾਪ ਅਤੇ ਪੁੰਨ ਦੀ ਗੱਲ ਕੀਤੀ, ਜਿਵੇਂ ਈਸਾਈ ਗੱਲਦੇ ਹਨ ਕਿ ਅਸੀਂ ਪਾਪਾਂ ਦਾ ਭਾਰ ਆਪਣੇ ਮੋਢੇ 'ਤੇ ਚੁੱਕੀ ਫਿਰਦੇ ਹਾਂ, ਸਾਡਾ ਸਵਰਗ ਵਿੱਚ ਜਾਣਾ ਔਖਾ, ਇੰਨਾ ਭਾਰ ਕਿਵੇਂ ਚੁੱਕਾਂਗੇ, ਆਲ ਦੈਟ ਜੋ ਆਮ ਅਸੀਂ ਗੱਲਾਂ ਸੁਣਦੇ ਹਾਂ। ਉਹ ਕਹਿੰਦੇ ਬਨੀਅਨ ਵੱਡਾ ਸੀ, ਪਰ ਗੁਰੂ ਗੋਬਿੰਦ ਸਿੰਘ ਉਸ ਨਾਲੋਂ ਵਡੇਰਾ ਸੀ। ਕਹਿੰਦਾ ਫਿਰ ਮੈਂ ਸਵੀਡਨ 'ਤੇ ਝਾਤ ਮਾਰਦਾ ਹਾਂ, ਉੱਥੇ 17ਵੀਂ ਸਦੀ ਦੀ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਚਾਰਲਸ ਬਾਰਵੇ ਨੂੰ ਦੇਖਦਾ ਹਾਂ। ਹੁਣ ਦੇਖੋ, ਇੱਕ ਪਾਸੇ ਉਹ ਇੱਕ ਥੀਓਲੋਜੀਅਨ, ਅਧਿਆਤਮਵਾਦ ਦਾ ਜਿਹੜਾ ਸਟੂਡੈਂਟ ਹੈ ਜੌਨ ਬਨੀਅਨ, ਉਹਦੀ ਗੱਲ ਕਰ ਰਿਹਾ। ਦੂਸਰੇ ਪਾਸੇ ਉਹ ਗੱਲ ਕਰ ਰਿਹਾ ਇੱਕ ਵੱਡੇ ਸਮਰਾਟ ਦੀ, ਜਿਹੜਾ ਈਸਾਈ ਸੀ। ਇਹ ਮਹਾਨ ਸਮਰਾਟ ਮਹਾਨ ਸਿਪਾਹੀ ਸੀ। ਇਸੇ ਤਰ੍ਹਾਂ ਹੀ ਮਹਾਨ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਵੀ ਸੀ। ਪਰ ਇਸ ਮਹਾਨ ਗੁਰੂ ਦੀ ਅਨੰਤ ਸੁਰਤੀ ਸਵੀਡਨ ਦੇ ਸਮਰਾਟ ਦੀ ਸੋਝੀ ਤੋਂ ਦੁਤਾਡੀ ਗੱਲ ਸੀ। ਉੱਥੇ ਸਵੀਡਨ ਦਾ ਮਹਾਨ ਸਿਪਾਹੀ, ਮਹਾਨ ਸਮਰਾਟ, ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੱਕ ਅੱਪੜ ਹੀ ਨਹੀਂ ਸੀ ਸਕਦਾ। ਉਸ ਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਝੀ ਸੀ ਨਾ, ਅਨੰਤ ਸੋਝੀ, ਪ੍ਰਭੂ ਬਾਰੇ ਸੋਝੀ, ਉਹ ਕਹਿੰਦੇ ਉਹ ਸਵੀਡਨ ਦਾ ਜਿਹੜਾ ਸਮਰਾਟ ਸੀ ਚਾਰਲਸ ਬਾਰਵਾਂ, ਉਹ ਸੋਚ ਵੀ ਨਹੀਂ ਸਕਦਾ ਸੀ। ਫਿਰ ਮੈਂ ਰੂਸ ਵੱਲ ਝਾਤ ਮਾਰਦਾ ਵਾਂ। ਦੇਖੋ, 17ਵੀਂ ਸਦੀ ਦਾ ਸਮਾਂ ਸੰਸਾਰ ਦੇ ਇਤਿਹਾਸ ਵਿੱਚ, ਖਾਸ ਤੌਰ 'ਤੇ ਪੱਛਮ ਦੇ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦਾ ਹੈ। ਇਸ ਸਮੇਂ ਵਿੱਚ ਜਾਗਰੂਕਤਾ ਆਈ, ਰੈਨੇਸਾਂਸ ਆਈ, ਐਨਲਾਈਟਨਮੈਂਟ ਦਾ ਸਮਾਂ ਜਿਸ ਨੂੰ ਕਹਿੰਦੇ ਹਾਂ, ਜਿੱਥੇ ਬਹੁਤ ਤਰੱਕੀ ਹੋਈ ਸਾਇੰਸ ਦੇ ਖੇਤਰ ਵਿੱਚ ਵੀ, ਅਧਿਆਤਮ ਦੇ ਖੇਤਰ ਵਿੱਚ ਵੀ। ਬਿਲਕੁਲ ਇਹਦੇ ਸ਼ੌਕ ਵਾਲੀ ਗੱਲ ਨਹੀਂ ਕਿ ਸਾਇੰਸ ਦਾ ਖੇਤਰ ਹੋਰ ਵਧੇਰੇ ਅੱਗੇ ਵੱਧ ਗਿਆ। ਸੋ ਇਹ ਐਨਲਾਈਟਨਮੈਂਟ ਦਾ ਸਮਾਂ ਸੀ, ਜਦੋਂ ਸਾਰਾ ਸੰਸਾਰ ਸੁੱਤੀ ਹੋਈ ਨੀਂਦ ਵਿੱਚੋਂ ਉੱਠ ਰਿਹਾ ਸੀ। ਉਹ ਸਮਾਂ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸੰਸਾਰ 'ਤੇ, ਇਸ ਧਰਤੀ 'ਤੇ ਵਿਚਰੇ। ਫਿਰ ਕਹਿੰਦਾ ਮੈਂ ਰੂਸ ਨੂੰ ਦੇਖਦਾ ਹਾਂ, ਵਿੱਚ ਪੀਟਰੇ ਆਜ਼ਮ ਨੂੰ ਮਹਾਨ ਵਿਅਕਤੀਆਂ ਵਿੱਚੋਂ ਇੱਕ ਸਮਝਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਇੱਕ ਲਾਸਾਨੀ ਜਥੇਬੰਦੀ ਸੀ ਜਿਹੜੀ ਭਗਤੀ ਅਤੇ ਪ੍ਰੇਮੀ ਸਿੱਖਾਂ ਵਿੱਚੋਂ ਬਣਾਈ ਗਈ ਸੀ। ਸੋ ਇਹ ਜੋ ਖਾਲਸਾ ਜਥੇਬੰਦੀ ਬਣੀ, ਇਸ ਦਾ ਮੁੱਖ ਗੁਣ ਕੀ ਹੈ? ਪ੍ਰੇਮ। ਪ੍ਰੇਮ ਵਿੱਚ ਸਦਾਈ ਹੋਇਆ, ਗੁਰੂ ਪ੍ਰੇਮ ਵਿੱਚ ਸਦਾਈ ਹੋਇਆ ਬੰਦਾ ਹੀ ਸੀਸ ਤਲੀ 'ਤੇ ਰੱਖ ਕੇ ਬਿਨਾਂ ਕਾਰਨ ਦੇ, ਜਦੋਂ ਬਿਨਾਂ ਕਾਰਨ ਦੱਸੇ ਕਿ ਮੈਨੂੰ ਕਿਉਂ ਸੀਸ ਚਾਹੀਦਾ, ਸਿਰਫ ਸੀਸ ਚਾਹੀਦਾ। ਅਸੀਂ ਇਤਿਹਾਸ ਪੜ੍ਹਦੇ ਹਾਂ, ਬੜੇ ਲੋਕ ਉੱਠ ਕੇ ਚਲੇ ਗਏ, ਸੰਗਤ ਦੇ ਵਿੱਚ ਉੱਠ ਕੇ ਚਲੇ ਗਏ, ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਲਗਾਈ ਕਿ ਆਪਣੇ ਪੁੱਤਰ ਨੂੰ ਸਮਝਾਓ ਕੀ ਹੋ ਗਿਆ ਉਹਨਾਂ ਨੂੰ, ਕਿਸੇ ਗੱਲ ਲਈ ਤੇ ਅਸੀਂ ਆਪਣਾ ਸੀਸ ਦਈਏ ਬਿਨਾਂ ਕਾਰਨ ਦੇ। ਉਹਨਾਂ ਦਾ ਵਿਮ ਹੈ, ਇੱਕ ਮੂਡ ਆ ਗਿਆ ਅਤੇ ਸਾਡੇ ਕੋਲੋਂ ਸਿਰ ਮੰਗਣ ਲੱਗ ਗਏ ਨੇ। ਪਰ
ਖਾਲਸਾ ਫੇਲ ਨਹੀਂ ਹੋਇਆ। ਬੜੇ ਫੇਲ ਹੋ ਗਏ, ਬੜੇ ਵਿੱਚੋਂ ਉੱਠ ਕੇ ਚਲੇ ਗਏ, ਪਰ ਇਤਿਹਾਸ ਫੇਲ ਹੋਇਆਂ ਨੂੰ ਨਹੀਂ ਯਾਦ ਕਰਦਾ। ਇਤਿਹਾਸ ਹਮੇਸ਼ਾ ਪਾਸ ਹੋਇਆਂ ਨੂੰ ਯਾਦ ਕਰਦਾ। ਇਤਿਹਾਸ ਹਮੇਸ਼ਾ ਵਧੀਆ ਬੰਦਿਆਂ ਨੂੰ ਯਾਦ ਕਰਦਾ। ਸੋ ਗੁਰੂ ਦੇ ਪ੍ਰੇਮ ਵਿੱਚ ਸੁਦਾਈ ਬੰਦੇ ਸਨ ਜਿਹੜੇ, ਸੁਦਾਈ ਹੀ ਕਹਿਣਾ ਪਏਗਾ ਨਾ ਜੀ, ਜਿਹੜੇ ਆਪਣਾ ਸਿਰ ਵਾਰਨ ਲਈ ਤਿਆਰ ਹੋ ਗਏ। ਪਿੱਛੇ ਜੇ ਕਿਸੇ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਜੀ ਹੁਣ ਕਹਿੰਦੇ SCPC ਨੇ ਲਿਖਿਆ ਹੋਇਆ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਕਰ ਸਕਦਾ ਸੀ, ਅਤੇ ਭਾਈ ਮਰਦਾਨਾ ਉਹ ਤਾਂ ਮੁਸਲਮਾਨ ਸੀ। ਤਾਂ ਮੈਨੂੰ ਉਹਨੂੰ ਸਮਝਾਉਣ ਦੀ ਲੋੜ ਪਈ ਕਿ ਗੁਰੂ ਦੇ ਘਰ ਵਿੱਚ ਹਿੰਦੂ ਮੁਸਲਮਾਨ ਜਾਂ ਇਹ ਵੰਡੀਆਂ ਨਹੀਂ ਹਨ। ਗੁਰੂ ਦੇ ਘਰ ਵਿੱਚ ਸਿਰਫ ਇੱਕੋ ਗੱਲ ਜੋ ਹੈ ਪ੍ਰਵਾਨ ਹੈ, ਉਹ ਪ੍ਰੇਮ। ਅਤੇ ਮਰਦਾਨੇ ਤੋਂ ਵੱਧ ਗੁਰੂ ਨਾਨਕ ਦੇ ਪ੍ਰੇਮ ਦਾ ਸਦਾਈ ਹੋਰ ਕੋਈ ਨਹੀਂ ਸੀ। ਸਾਰੀ ਉਮਰ ਮਰਦਾਨਾ ਨਾਲ ਰਿਹਾ, ਕਿਵੇਂ ਉਹਨੇ ਨਿਭਾਈ ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਇੰਨੀ ਗੱਲ ਮੈਂ ਲਾਸਟ ਜਿਹੜੇ ਦਿਨ ਸਨ ਨਾ ਮਰਦਾਨਾ ਜੀ ਦੇ, ਤਾਂ ਬਾਬਾ ਨਾਨਕ ਜੀ ਨੇ ਪੁੱਛਿਆ, ਮਰਦਾਨਿਆਂ ਤੇਰਾ ਹੁਣ ਸੰਸਾਰ ਨੂੰ ਛੱਡਣ ਦਾ ਸਮਾਂ ਆ ਗਿਆ, ਦੱਸ ਤੇਰਾ ਸੰਸਕਾਰ ਕਰੀਏ ਜਾਂ ਤੇਰੇ ਧਰਮ ਦੇ ਮੁਤਾਬਿਕ ਤੈਨੂੰ ਕਬਰਾਂ ਵਿੱਚ ਪਾਈਏ, ਉੱਤੇ ਸਮਾਧੀ ਬਣਾ ਦਈਏ। ਅਤੇ ਮਰਦਾਨਾ ਜੀ ਨੇ ਕਿਹਾ, ਬਾਬਾ ਸਾਰੀ ਉਮਰ ਤੂੰ ਮੈਨੂੰ ਪੱਥਰਾਂ ਵਿੱਚੋਂ, ਇਹ ਸਰੀਰ ਵਿੱਚੋਂ ਕੱਢਦਾ ਰਿਹਾ, ਹੁਣ ਕਿਉਂ ਮੈਨੂੰ ਪੱਥਰ ਵਿੱਚ ਵਾੜਨ ਲੱਗਾ। ਸੋ ਭਾਈ ਮਰਦਾਨਾ ਜੀ ਦਾ ਇੱਕ ਵਿਲੱਖਣ ਸ਼ਖਸੀਅਤ, ਇੱਕ ਵਿਲੱਖਣ ਸਥਾਨ ਹੈ ਸਿੱਖ ਇਤਿਹਾਸ ਦੇ ਵਿੱਚ। ਸੋ ਮੈਂ ਗੱਲ ਕਰ ਰਹੀ ਹਾਂ ਪ੍ਰੇਮਾ ਭਗਤੀ ਦੀ, ਕਿ ਗੁਰੂ ਘਰ ਦੇ ਵਿੱਚ ਕੇਵਲ ਅਤੇ ਕੇਵਲ ਪ੍ਰੇਮ ਪ੍ਰਧਾਨ ਹੈ। ਸੋ ਇਹ ਪ੍ਰੇਮੀ ਸਿੱਖਾਂ ਵਿੱਚੋਂ ਜਿਨ੍ਹਾਂ ਨੇ ਕੇਵਲ ਪ੍ਰੇਮ ਕੀਤਾ, ਉਹਨਾਂ ਦੇ ਵਿੱਚੋਂ ਇਹ ਜਥੇਬੰਦੀ ਬਣਾਈ ਗਈ। ਹਰ ਇੱਕ ਸਿੱਖ ਇੱਕ ਸ਼ੇਰ ਵਿੱਚ ਬਦਲ ਗਿਆ। ਉਹਨਾਂ ਦੇ ਪ੍ਰੇਮ ਦਾ ਨਤੀਜਾ ਕੀ ਸੀ? ਖਾਲਸਾ ਬਣਿਆ, ਅਤੇ ਸਿੱਖ ਸੀ ਜਿਹੜਾ ਉਹ ਸਿੰਘ ਬਣ ਗਿਆ ਅਤੇ ਸ਼ੇਰ ਬਣ ਗਿਆ। ਫਿਰ ਉਹ ਗੱਲ ਕਰਦੇ ਨੇ ਸਾਧੂ TL ਵਾਸਵਾਨੀ ਕਿ ਰੂਸ ਦਾ ਪੀਟਰ ਵੱਡਾ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਇੱਕਦਮ ਸੁਭਾਅ, ਸੱਭਿਆਚਾਰ ਅਤੇ ਰੂਹਾਨੀ ਸ਼ਕਤੀ ਵਿੱਚ ਵਡੇਰੇ ਸਨ। ਪੀਟਰ ਉਹਨਾਂ ਦੇ ਮੁਕਾਬਲੇ 'ਤੇ ਮੈਨੂੰ ਕੁਛ ਨਹੀਂ ਲੱਗਦਾ। ਉਹਨਾਂ ਦੀ ਰੂਹਾਨੀ ਸ਼ਕਤੀ। ਸਿਪਾਹੀ ਜੇ ਅਸੀਂ ਗੱਲ ਕਰਨ ਲੱਗੇ, ਗੁਰੂ ਗੋਬਿੰਦ ਸਿੰਘ ਜੀ ਕਿਹੋ ਜਿਹੇ ਸਿਪਾਹੀ ਸਨ, ਕਿਹੋ ਜਿਹੇ ਬਾਦਸ਼ਾਹ ਸਨ, ਕਿਹੋ ਜਿਹੇ ਦਰਵੇਸ਼ ਸਨ, ਰੂਹਾਨੀ ਸ਼ਕਤੀ ਕਿਹੋ ਜਿਹੀ ਸੀ ਉਹਨਾਂ ਵਿੱਚ, ਅਤੇ ਇੱਕ ਅਲੱਗ ਵਿਸ਼ਾ ਹੈ। ਕਿਸੇ ਵੇਲੇ ਸਿਰਫ ਇਸ ਵਿਸ਼ੇ 'ਤੇ ਗੱਲ ਕਰਨ ਦਾ ਮੌਕਾ ਬਣਿਆ ਅਤੇ ਉਹਨਾਂ ਦੀ ਰੂਹਾਨੀ ਸ਼ਕਤੀ ਦੀ ਗੱਲ ਕਰਾਂਗੇ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਹਜ਼ਾਰਾਂ ਵਾਰ ਸਮਾਧੀ ਵਿੱਚ ਬੈਠਦੇ ਨੇ, ਪਤਾ ਹੀ ਨਹੀਂ ਕਿੰਨੀ ਵਾਰੀ ਤੂੰ ਹੀ ਮਗਨ ਹੋ ਜਾਂਦੇ ਨੇ, ਤੂੰ ਹੀ ਉਚਾਰਦੇ। ਅਤੇ ਇਤਿਹਾਸ ਦੱਸਦਾ ਹੈ ਕਿ ਇੰਨੀ ਵਾਰੀ ਲਿਖਣਾ ਔਖਾ ਸੀ, ਕਹਿੰਦੇ 16,000 ਵਾਲੀ। ਇਤਿਹਾਸਕਾਰ ਗੱਲ ਕਰ ਲੈਂਦੇ ਨੇ, ਜਦੋਂ ਇਤਿਹਾਸ ਹੀ ਸਰਜਣਾ ਕਰਦੇ ਨੇ, ਗਿਣਿਆ ਤਾਂ ਕਿਸੇ ਨੇ ਨਹੀਂ ਹੋਏਗਾ 16,000 ਵਾਰੀ, ਪਰ ਆਪਣੀ ਕਲਪਨਾ ਨਾਲ ਗੱਲ ਕਰ ਦਿੰਦੇ ਨੇ ਇਤਿਹਾਸਕਾਰ, ਕਿਉਂਕਿ ਇਤਿਹਾਸਕਾਰ ਕਲਪਨਾ ਬੜੀ ਵਰਤਦਾ। ਸਾਨੂੰ ਇੱਕ ਇਹ ਵੀ ਯਾਦਗਾਰ ਆਦਤ ਹੋ ਗਈ, ਇਹ ਗੱਲ ਨਹੀਂ ਹੋ ਸਕਦੀ, ਇਹ ਕਲਪਨਾ ਵਿੱਚ ਨਹੀਂ ਆ ਸਕਦੀ, ਪਰ ਇਤਿਹਾਸਕਾਰ ਦੀ ਮਜਬੂਰੀ ਹੈ, ਉਹ ਕਲਪਨਾ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਕਾਰਨ ਇਹ ਹੈ ਕਿ ਇਤਿਹਾਸਕਾਰ ਨੇ ਬੀਤੇ ਹੋਏ ਸਮੇਂ ਦੀ ਗੱਲ ਕਰਨੀ ਹੁੰਦੀ, ਜੋ ਉਹਨਾਂ ਨੇ ਦੇਖੀ ਨਹੀਂ, ਜੋ ਉਹਨੇ ਸੁਣੀ ਹੈ, ਪਰ ਆਪਣੀ ਕਲਪਨਾ ਸ਼ਕਤੀ ਦੇ ਨਾਲ ਜਿਹੜੇ ਕਵੀ ਹਨ, ਜਿਹੜੇ ਇਤਿਹਾਸਕਾਰ ਹਨ, ਗੁਰੂ ਘਰਾਂ ਵਿੱਚ ਵਿਚਰਦੇ ਹਨ, ਇੱਕ ਗੱਲ ਨੂੰ ਦੂਜੀ ਗੱਲ ਜੋੜ ਕੇ ਸੱਚ ਦੇ ਬੜਾ ਨੇੜੇ ਹੁੰਦਾ, ਪਰ ਕੁਝ ਹੱਦ ਉਹਦੇ ਵਿੱਚ ਕਲਪਨਾ ਸ਼ਕਤੀ ਦਾ ਵੀ ਹੁੰਦਾ, ਜਿਹੜੀ ਸਾਨੂੰ ਇੱਕ ਰੂਹਾਨੀ ਸ਼ਕਤੀ ਦਿੰਦੀ ਹੈ। ਕਹਿੰਦੇ ਕੋਰਾ ਇਤਿਹਾਸ ਹੈ ਨਾ, ਕੋਰੇ ਫੈਕਟਸ ਉਹ ਸਾਨੂੰ ਉਤਸ਼ਾਹ ਨਹੀਂ ਦੇ ਸਕਦੇ। ਉਤਸ਼ਾਹ ਸਾਨੂੰ ਉਦੋਂ ਹੀ ਮਿਲਦਾ ਹੈ ਜਦੋਂ ਅਸੀਂ ਉਹਨਾਂ ਦੇ ਅੰਦਰ ਤੱਕ ਉਹਨਾਂ ਦੇ ਫੈਕਟਸ, ਉਹਨਾਂ ਦੇ ਜਿਹੜੇ ਤੱਥ ਹਨ, ਉਹਨਾਂ ਦੀਆਂ ਤਹਿਾਂ ਤੱਕ ਪਹੁੰਚੀਏ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਸੁਭਾਅ, ਹੁਣ ਸੁਭਾਅ ਦੀ ਗੱਲ ਕਰੀਏ ਤਾਂ ਅਣਗਿਣਤ ਸਾਖੀਆਂ ਸਾਹਮਣੇ ਆਉਂਦੀਆਂ ਹਨ ਸਾਡੇ, ਕਿ ਕਿਵੇਂ ਉਹਨਾਂ ਨੇ ਸਿੱਖਾਂ ਨੂੰ ਆਪਣੇ ਆਪ ਨਾਲ ਜੋੜਿਆ। ਐਵੇਂ ਕੋਈ ਨਹੀਂ ਕਿਸੇ ਦੇ ਨਾਲ ਜੁੜਦਾ। ਸੁਭਾਅ ਉਹਨਾਂ ਦਾ ਕੀ ਹੈ, ਸਿੱਖਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਕੀ ਹੈ, ਕੌਣ ਵਾਰਦਾ ਹੈ ਆਪਣੀ। ਮੈਨੂੰ ਤਾਂ ਲੱਗਦਾ ਸਾਨੂੰ 4 ਪੈਸੇ ਵੀ ਵਾਰਨੇ ਪੈ ਜਾਣ ਆਪਣੇ ਕਿਸੇ ਦੋਸਤ ਪਿੱਛੇ, ਆਪਣੇ ਤਾਂ ਵੀ ਸਾਨੂੰ ਔਖਾ ਲੱਗਦਾ ਵੀ ਮੈਂ ਤਾਂ ਕਰਜ਼ਾ ਦਿੱਤਾ ਸੀ, ਮੇਰਾ ਵਾਪਿਸ ਨਹੀਂ ਆਇਆ। ਆਪਣਾ ਪਿਤਾ, ਆਪਣੇ 4 ਲਾਲ, ਆਪਣੀ ਮਾਤਾ, ਅਤੇ ਆਪਣੀ ਸਾਰੀ ਜ਼ਿੰਦਗੀ। ਗੁਰੂ ਗੋਬਿੰਦ ਸਿੰਘ ਦਾ ਸਾਰਾ ਜੀਵਨ ਹੀ ਸੰਘਰਸ਼ ਭਰਿਆ ਹੈ। ਉਸ ਸੰਘਰਸ਼ ਵਿੱਚੋਂ ਕਿਵੇਂ ਉਹ ਸਫਲ ਹੋ ਕੇ ਨਿਕਲੇ,
ਕਈ ਗੱਲਾਂ ਕਰਦੇ ਹਨ ਜੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਜੰਗ, ਚਮਕੌਰ ਸਾਹਿਬ ਦੀ ਜੰਗ ਹਾਰ ਗਏ। ਵੀ ਹਾਰ ਲੜਾਈ ਦੇ ਮੈਦਾਨ ਦੀ ਨਹੀਂ ਹੁੰਦੀ, ਹਾਰ ਸਿਧਾਂਤਾਂ ਦੀ ਹੁੰਦੀ ਹੈ। ਗੁਰੂ ਸਾਹਿਬ ਸਿਧਾਂਤਕ ਤੌਰ 'ਤੇ ਹਮੇਸ਼ਾ ਜਿੱਤੇ। ਉਹਨਾਂ ਨੂੰ ਸਰੈਂਡਰ ਕਰਨ ਦਾ ਜ਼ੋਰ ਸਾਰੀ ਪਾਤਸ਼ਾਹੀ, ਸਾਰੀ ਬਾਦਸ਼ਾਹੀ, ਪਾਤਸ਼ਾਹ ਨਹੀਂ ਮੈਂ ਕਹਾਂਗੀ, ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਸੀ, ਸਾਰੀ ਬਾਦਸ਼ਾਹੀ ਸ਼ਕਤੀ ਨੇ ਉਹਨਾਂ ਨੂੰ ਸਰੈਂਡਰ ਕਰਨ ਦਾ ਜ਼ੋਰ ਲਗਾ ਲਿਆ ਬਈ ਅਸੀਂ ਇਹਨਾਂ ਨੂੰ ਝੁਕਾਉਣਾ ਹੈ। ਪਰ ਗੁਰੂ ਗੋਬਿੰਦ ਸਿੰਘ ਝੁਕੇ ਨਹੀਂ। ਕਮ ਵਾਟ ਮੇ, ਜੋ ਮਰਜ਼ੀ ਹੋ ਜਾਏ, ਉਹ ਝੁਕੇ ਨਹੀਂ, ਆਪਣੀ ਸਿਧਾਂਤ 'ਤੇ ਖੜੇ ਰਹੇ। ਇੱਕ ਵਾਰੀ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੰਗਤ ਨਾਲ ਵੀ, ਹੋਰ ਵੀ ਸ਼ੰਕਾਲੂਆਂ ਨਾਲ ਵੀ। ਕਹਿੰਦੇ ਜੀ ਮੈਂ ਜਿਹੜੀ, ਉਹ ਕ੍ਰਿਸਚਨ ਸੀ ਕੋਈ, ਕਹਿੰਦੇ ਮੈਂ ਕ੍ਰਾਈਸਟ ਦੀ ਇਸ ਗੱਲ ਨਾਲ ਮੈਂ ਯਕੀਨ ਨਹੀਂ ਕਰਦਾ, ਮੈਂ ਨਹੀਂ ਐਗਰੀ ਕਰਦਾ, ਅਤੇ ਤੁਸੀਂ ਮੇਰੀ ਗੱਲ ਮੰਨੋ। ਹੰਕਾਰ ਵਿੱਚ ਆ ਕੇ ਕਹਿੰਦਾ। ਤਾਂ ਕਿਸੇ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦਾ ਕਿ ਈਸਾਈ ਨੇ, ਜੌਨ ਆਪਣਾ ਕ੍ਰਾਈਸਟ ਨੇ ਆਪਣੇ ਸਿਧਾਂਤ ਦੇ ਲਈ ਆਪਣਾ ਸੀਸ ਵਾਰ ਦਿੱਤਾ ਸੀ। ਤੂੰ ਆਪਣੇ ਸਿਧਾਂਤ ਲਈ ਸੀਸ ਵਾਰਨ ਲਈ ਤਿਆਰ ਹੋ ਜਾ, ਮੈਂ ਤੇਰਾ ਸਿਧਾਂਤ ਮੰਨ ਲਵਾਂਗਾ। ਪਹਿਲੀ ਗੱਲ ਇਹ ਹੈ ਕਿ ਤੁਹਾਡੀ ਸਿਧਾਂਤ ਲਈ ਕਮਿਟਮੈਂਟ ਕਿੰਨੀ ਕੁ ਹੈ। ਸੋ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਮਿਟਮੈਂਟ ਸੀ। ਸੱਭਿਆਚਾਰ ਕੀ ਹੈ? ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ। ਤੁਕ ਸ਼ਾਇਦ ਉਲਟੀ ਪੁਲਟੀ ਹੋ ਗਈ। ਏਕ ਬਿਨਾ ਮਨ ਨੈਕ ਨ ਆਨੈ, ਮੈਂ ਉਸ ਏਕ ਤੋਂ ਬਿਨਾ ਹੋਰ ਕਿਸੇ ਨੂੰ ਆਪਣੇ ਨਜ਼ਰ ਦੇ ਥੱਲੇ ਨਹੀਂ ਲੈ ਕੇ ਆਉਂਦਾ। ਮੇਰੀ ਨਜ਼ਰ ਵਿੱਚ ਇੱਕ ਪਰਮਾਤਮਾ ਹੀ ਹੈ। ਇਹ ਉਹਨਾਂ ਦਾ ਸੱਭਿਆਚਾਰ, ਅਧਿਆਤਮਕ ਸੱਭਿਆਚਾਰ ਹੈ। ਅਤੇ ਜਿਹੜਾ ਸੰਸਾਰਿਕ ਸੱਭਿਆਚਾਰ ਹੈ, ਉਹ ਅਸੀਂ ਦੇਖਦੇ ਹਾਂ ਕਿ ਪਹਾੜੀ ਰਾਜਿਆਂ ਨੇ ਕਿਹਾ ਜੀ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਹਾਂ, ਪਰ ਤੁਸੀਂ ਤਾਂ ਨੀਵਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹੋ, ਅਸੀਂ ਇਹਨਾਂ ਨਾਲ ਨਹੀਂ ਅੰਮ੍ਰਿਤ ਛਕਣ ਲਈ ਤਿਆਰ। ਤਾਂ ਕਿ ਗੁਰੂ ਸਾਹਿਬ ਨੇ ਸਿਧਾਂਤ ਛੱਡ ਦਿੱਤਾ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਕਹਿੰਦੇ ਤੁਸੀਂ ਜਿਹਨਾਂ ਨੂੰ ਗਰੀਬ ਕਹਿੰਦੇ ਹੋ ਨਾ, ਇਹ ਪਾਤਸ਼ਾਹ ਬਣਨਗੇ। ਔਰ ਇਹ ਪਾਤਸ਼ਾਹੀ ਮਿਲੀ ਨਿਮਾਣਿਆਂ ਨਿਤਾਣਿਆਂ ਨੂੰ, ਪਾਤਸ਼ਾਹੀ ਮਿਲੀ। ਇਹ ਇਤਿਹਾਸ ਦੱਸਦਾ ਹੈ। ਪਰ ਸਾਡੀ ਜਿਹੜੀ ਪਾਤਸ਼ਾਹੀ ਹੈ ਨਾ, ਉਹ ਕੇਵਲ ਸੰਸਾਰਿਕ, ਕੇਵਲ ਜ਼ਮੀਨ ਦੇ ਇੱਕ ਟੁਕੜੇ 'ਤੇ ਰਾਜ ਕਰਨ ਦੀ ਪਾਤਸ਼ਾਹੀ ਨਹੀਂ ਹੈ। ਸਾਡੀ ਪਾਤਸ਼ਾਹੀ ਮਨ ਦੀ ਪਾਤਸ਼ਾਹੀ ਹੈ। ਜਿਹੜਾ ਅਸੀਂ ਕਿਸੇ ਨੂੰ ਏਕ ਬਿਨਾ ਮਨ ਨੈਕ ਨਾ ਆਣੇ। ਅਸੀਂ ਬਾਦਸ਼ਾਹ ਹਾਂ, ਅਸੀਂ ਬਾਦਸ਼ਾਹ ਦੇ ਪੁੱਤਰ ਹਾਂ। ਪਾਤਸ਼ਾਹੀ ਸਾਨੂੰ ਵਿਰਸੇ ਵਿੱਚ ਮਿਲੀ ਹੋਈ ਹੈ। ਅਤੇ ਕਹਿੰਦੇ ਹਨ ਕਿ ਜਿਹਦਾ ਪਿਓ ਕਹਿੰਦੇ SSP ਹੋਵੇ, ਉਹਨੂੰ ਥਾਣੇਦਾਰ ਦੀ ਕੀ ਪਰਵਾਹ ਹੁੰਦੀ ਹੈ। ਜੇ ਸਾਡਾ ਪਿਓ ਅਕਾਲ ਪੁਰਖ, ਸਾਡਾ ਪਿਓ ਗੁਰੂ ਗੋਬਿੰਦ ਸਿੰਘ ਬੈਠਾ, ਅਤੇ ਸਾਨੂੰ ਛੋਟੇ ਮੋਟੇ ਦੀ ਪਰਵਾਹ ਦੀ ਕੀ ਲੋੜ ਹੈ। ਇਹ ਪਾਤਸ਼ਾਹੀ ਸਾਨੂੰ ਬੇਪਰਵਾਹੀ, ਜਿਹੜੀ ਬੇਪਰਵਾਹ ਸਦਾ ਹਰ ਰੰਗ ਹੈ, ਜਾ ਕੋ ਪਾਕ ਸੁਆਮੀ। ਜਿਸ ਨੂੰ ਅਕਾਲ ਪੁਰਖ ਦੀ ਟੇਕ ਹੈ, ਉਹ ਪ੍ਰਭੂ ਦੇ ਰੰਗ ਵਿੱਚ ਬੇਪਰਵਾਹ ਹੋ ਕੇ ਰਹਿ ਜਾਂਦੇ ਹਨ। ਸੋ ਇਹ ਬੇਪਰਵਾਹੀ ਕਿ ਕਿਸੇ ਝੂਠ ਦੇ ਅੱਗੇ, ਕਿਸੇ ਵੀ ਧਮਕੀ ਦੇ ਅੱਗੇ ਝੁਕਣਾ ਨਹੀਂ ਹੈ, ਇਹ ਬੇਪਰਵਾਹੀ ਦਾ ਸੱਭਿਆਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ। ਹੋਰ ਕੀ ਸੱਭਿਆਚਾਰ ਬਣਾਇਆ? ਇੱਕ ਅਕਾਲ ਪੁਰਖ ਨਾਲ ਜੁੜਨ ਦਾ। ਅਤੇ ਇੱਕ ਹੋਰ ਸਾਖੀ ਛੋਟੀ ਜਿਹੀ ਆਉਂਦੀ, ਨਿੱਕੀਆਂ ਨਿੱਕੀਆਂ ਸਾਖੀਆਂ ਹੁੰਦੀਆਂ, ਪਰ ਇਹਨਾਂ ਦੇ ਬੜੇ ਡੂੰਘੇ ਭਾਵ ਹੁੰਦੇ ਹਨ। ਇੱਕ ਸਾਖੀ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਜਦੋਂ ਗਲੀਆਂ ਵਿੱਚ ਖੇਡਦੇ ਸੀ, ਪੰਡਿਤ ਸ਼ਿਵਦਾਸ ਗੰਗਾ ਕਿਨਾਰੇ ਰਹਿੰਦੇ ਸੀ, ਉਹਦੇ ਨਾਲ ਬੜਾ ਪ੍ਰੇਮ ਸੀ। ਉਹਦੇ ਕੋਲ ਖੇਡਣ ਲਈ ਗਏ, ਉਹ ਪ੍ਰਸ਼ਾਦ ਵੀ ਦਿੰਦਾ ਸੀ। ਅਤੇ ਖੇਡਦਿਆਂ ਖੇਡਦਿਆਂ ਉਹਨਾਂ ਨੇ ਸੋਨੇ ਦਾ ਕੜਾ ਗੰਗਾ ਵਿੱਚ ਸੁੱਟ ਦਿੱਤਾ। ਜਦੋਂ ਘਰ ਆਏ, ਮਾਤਾ ਜੀ ਨੇ ਪੁੱਛਿਆ, ਲਾਲ ਜੀ ਕੜਾ ਕਿੱਥੇ ਸੁੱਟ ਆਏ ਹੋ? ਕਹਿੰਦੇ ਆਓ ਦੱਸਾਂ। ਹੱਥਾਂ ਵਿੱਚ ਪਕੜ ਕੇ ਲੈ ਗਏ, ਉਂਗਲ ਪਕੜ ਕੇ ਲੈ ਗਏ ਮਾਤਾ ਜੀ ਨੂੰ। ਦੂਜਾ ਕੜਾ ਵੀ ਲਾ ਕੇ ਸੁੱਟ ਦਿੱਤਾ ਗੰਗਾ ਦੇ। ਕਹਿੰਦੇ ਉੱਥੇ ਸੁੱਟ ਦਿੱਤਾ। ਇਹ ਹੈ ਬੇਪਰਵਾਹੀ। ਅਸੀਂ ਹੋਈਏ ਅਤੇ ਅਸੀਂ ਬੱਚੇ ਨੂੰ ਡਾਂਟੀਏ। ਹੁਣ ਬੱਚੇ ਗੁਰੂ ਗੋਬਿੰਦ ਸਿੰਘ ਦੀ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਕਰਦੇ ਹਨ, ਪਟਨਾ ਸਾਹਿਬ ਵਿੱਚ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਹਨ, ਉਹਨਾਂ ਦੀ ਖਬਰ ਗੁਰੂ ਤੇਗ ਬਹਾਦਰ ਜੀ ਤੱਕ ਪਹੁੰਚ ਰਹੀ ਹੈ, ਚਿੱਠੀਆਂ ਪਹੁੰਚ ਰਹੀਆਂ ਨੇ। ਅਤੇ ਉਹ ਜਵਾਬ ਕੀ ਦਿੰਦੇ ਨੇ? ਗੋਬਿੰਦ ਜੋ ਕੀਆ ਭਲਾ ਕੀਆ। ਇਹਨੂੰ ਮਨਾ ਨਹੀਂ ਕਰਨਾ। ਜੋ ਕਰ ਰਿਹਾ ਚੰਗਾ ਕਰ ਰਿਹਾ। ਉਹਦੀ ਟ੍ਰੇਨਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ। ਜੇ ਤੀਰ ਕਮਾਨ ਚਲਾਉਂਦੇ ਹਨ ਤਾਂ ਉਹਦੇ ਵਿੱਚ ਵੀ ਰੁਕਾਵਟ ਨਹੀਂ ਆਉਂਦੀ। ਛੋਟਾ ਮੋਟਾ ਨੁਕਸਾਨ ਹੁੰਦਾ ਤੇ ਹੋ ਜਾਏ। ਉਹਨਾਂ ਨੂੰ ਬੇਪਰਵਾਹੀ
ਸੋ ਇਹ ਬੇਪਰਵਾਹੀ ਕੇਵਲ ਅਕਾਲ ਪੁਰਖ ਦਾ ਉਪਾਸ਼ਕ ਹੀ ਅਜਿਹੀ ਬੇਪਰਵਾਹੀ ਰੱਖ ਸਕਦਾ ਹੈ। ਰਾਜ ਦਾ ਕੋਈ ਲਾਲਚ ਨਹੀਂ ਉਹਨਾਂ ਨੂੰ। ਸਾਰੀਆਂ 14 ਲੜਾਈਆਂ ਲੜੀਆਂ, ਕਿਤੇ ਉਹਨਾਂ ਨੇ 1 ਇੰਚ ਵੀ ਥਾਂ 'ਤੇ ਕਬਜ਼ਾ ਨਹੀਂ ਕੀਤਾ। ਸਗੋਂ ਜਿਹੜੀ ਧਰਤੀ ਉਹਨਾਂ ਦੇ ਪਿਤਾ ਜੀ ਨੇ ਪੈਸੇ ਖਰਚ ਕੇ ਜ਼ਮੀਨ ਖਰੀਦੀ ਸੀ, ਉੱਥੇ ਮਾਖੋਫਾਲ ਦੀ ਧਰਤੀ 'ਤੇ ਅਨੰਦਪੁਰ ਸਾਹਿਬ ਵਸਾਇਆ ਸੀ, ਉਹਦੇ 'ਤੇ ਵੀ ਕਬਜ਼ਾ ਨਹੀਂ ਕੀਤਾ। ਉਹਦੇ 'ਤੇ ਵੀ ਕਬਜ਼ਾ ਖਾਲਸੇ ਦਾ ਹੈ। ਜਦੋਂ ਅੰਮ੍ਰਿਤ ਛਕਾਉਂਦੇ ਹਨ ਤੇ ਕਹਿੰਦੇ ਹਨ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਵਾਸੀ ਅਨੰਦਪੁਰ ਦੀ। ਕਹਿੰਦੇ ਹਨ ਜਦੋਂ ਰਿਸ਼ਤਾ ਕਰਦੇ ਹਨ ਤਾਂ ਪੁੱਛਦੇ ਹਨ ਤੁਸੀਂ ਪਿੱਛੋਂ ਕਿੱਥੋਂ ਦੇ ਹੋ। ਸਾਨੂੰ ਕੋਈ ਪੁੱਛੇ ਕਿ ਪਿੱਛੋਂ ਕਿਤੇ ਆ ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੀ ਵਾਸੀ ਅਨੰਦਪੁਰ ਦੀ। ਉਹ ਅਨੰਦਪੁਰ ਸਾਹਿਬ ਵੀ ਉਹ ਸੰਗਤ ਲਈ ਹੈ, ਉਹ ਖਾਲਸੇ ਦੇ ਆਪਣੇ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਖਾਲਸੇ ਲਈ ਉਹ ਰਿਜ਼ਰਵਡ ਹੈ। ਆਪਣੇ ਲਈ ਉਹਨਾਂ ਨੇ ਕੁਛ ਨਹੀਂ ਰੱਖਿਆ। ਸੋ ਇਹ ਬੇਪਰਵਾਹੀ, ਫਿਰ ਰਾਜ ਦੀ ਪਰਵਾਹ ਨਹੀਂ, ਜ਼ਮੀਨ ਦੀ ਪਰਵਾਹ ਨਹੀਂ, ਬੇਪਰਵਾਹੀ ਉਹਨਾਂ ਨੇ ਰੱਖੀ। ਅਤੇ ਬੇਪਰਵਾਹੀ ਹੋਰ ਵੀ ਕਿਸ ਚੀਜ਼ ਦੀ ਹੈ? ਉਹ ਪੁੱਛਦੇ ਹਨ ਜੀਤ ਫਿਰੇ ਸਭ ਦੇਸ ਦਿਸਾਨ ਕੋ। ਸੋਈਏ ਦੀ ਬਾਣੀ ਬਹੁਤ ਵੱਡੀ ਸਾਡੇ ਲਈ ਇੱਕ ਅਗਵਾਈ ਕਰਨ ਵਾਲੀ ਬਾਣੀ ਹੈ। ਜੀਤ ਫਿਰੇ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਤੂੰ ਸਾਰੇ ਸੰਸਾਰ ਨੂੰ ਜਿੱਤ ਲੈ, ਸਾਰੇ ਦੇਸ਼ਾਂ ਨੂੰ ਜਿੱਤ ਲੈ। ਤੇਰੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਢੋਲ ਵੱਜਦੇ ਹੋਣ, ਢੋਲ ਹੀ ਨਹੀਂ ਨਗਾਰੇ ਵੱਜਦੇ ਹੋਣ। ਹੁਣ ਨਗਾਰਾ ਬਾਦਸ਼ਾਹੀ ਦਾ ਚਿੰਨ੍ਹ ਹੈ। ਜਿਹੜੀ ਪਾਤਸ਼ਾਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ, ਅੱਜ ਇੱਥੇ ਵੀ ਨਗਾਰਾ ਵੱਜਦਾ ਹੈ ਜਿਸ ਵੇਲੇ ਅਰਦਾਸ ਹੁੰਦੀ ਹੈ। ਹੁਣ ਨਗਾਰਾ ਕੇਵਲ ਸਾਡੇ ਜੋ ਉਸ ਸਮੇਂ ਦਾ ਸਿਸਟਮ ਸੀ, ਕੇਵਲ ਬਾਦਸ਼ਾਹ ਹੀ ਨਗਾਰਾ ਵਜਾ ਸਕਦਾ ਸੀ। ਕਹਿੰਦੇ ਹਨ ਕਿ ਬਾਦਸ਼ਾਹ ਦੇ ਪੁੱਤਰ ਨੇ ਇੱਕ ਵਾਰੀ ਉਹਨੂੰ ਗਵਰਨਰ ਬਣਾਇਆ ਹੋਇਆ ਸੀ ਇੱਕ ਸਟੇਟ ਦਾ, ਤਾਂ ਉਹਨੇ ਨਗਾਰਾ ਬਣਵਾ ਲਿਆ ਅਤੇ ਬਾਦਸ਼ਾਹ ਨੇ ਉਹਨੂੰ ਵਾਰਨਿੰਗ ਦਿੱਤੀ ਵੀ ਤੂੰ ਹਾਲੇ ਇੱਕ ਸਟੇਟ ਦਾ ਗਵਰਨਰ ਹੈ, ਬਾਦਸ਼ਾਹ ਨਹੀਂ ਬਣਿਆ। ਜਦੋਂ ਬਾਦਸ਼ਾਹ ਬਣੇਗਾ ਨਾ, ਉਦੋਂ ਤੂੰ ਇਹ ਨਗਾਰਾ ਵਜਾਉਣ ਦਾ ਹੱਕ ਰੱਖੇਗਾ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਗਾਰੇ ਦੀ ਜਿਹੜੀ ਗੱਲ ਕਰ ਰਹੇ ਹਨ, ਜਿਹੜਾ ਬਾਦਸ਼ਾਹੀ ਦਾ ਚਿੰਨ੍ਹ ਹੈ, ਗੁਰੂ ਸਾਹਿਬ ਕੀ ਕਹਿ ਰਹੇ ਹਨ? ਜੀਤ ਫਿਰੇ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਾਏ ਰਾਜ ਹਮਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਸਿਰਫ ਅੱਜ ਦਾ ਰਾਜਾ ਨਹੀਂ, ਭੂਤ ਦਾ, ਭਵਿੱਖ ਦਾ ਅਤੇ ਹੁਣ ਸਾਰੇ ਰਾਜੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਕਾਹਦੇ ਵਿਚਾਰੇ ਨੇ ਇਹਦੇ ਕਿਹੜੀ ਗਿਣਤੀ ਵਿੱਚ ਆਉਂਦੇ ਨੇ? ਕੌਣ ਗਣੇ ਨਹੀਂ ਜਾਤ ਵਿਚਾਰੇ, ਸਿਰਿਪਤ ਸਿਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੀ ਧਾਮ ਸਿਧਾਰੇ। ਇਹ ਗੁਰੂ ਸਾਹਿਬ ਦਾ ਸੱਭਿਆਚਾਰ ਹੈ। ਗੁਰੂ ਸਾਹਿਬ ਦੀ ਲੜਾਈਆਂ ਵੀ ਕੀਤੀਆਂ, ਪਰ ਉਹਨਾਂ ਲੜਾਈਆਂ ਵਿੱਚ ਵੀ ਰੂਹਾਨੀਅਤ ਸੀ। ਉਹਨਾਂ ਲੜਾਈਆਂ ਦੇ ਵਿੱਚ ਵੀ ਇੱਕ ਅਜਿਹੀ ਰੂਹਾਨੀਅਤ ਸੀ, ਅਜਿਹੀ ਸ਼ਕਤੀ ਸੀ ਜਿਸ ਨੇ ਕਿਸੇ ਜੇਤੂ ਸਿੱਖ ਨੂੰ ਦੂਜਿਆਂ 'ਤੇ ਜ਼ੁਲਮ ਨਹੀਂ ਕਰਨ ਦਿੱਤਾ। ਇਹ ਇਤਿਹਾਸ ਗਵਾਹ ਹੈ। ਗੁਰੂ ਸਾਹਿਬ ਨੇ ਲੜਾਈਆਂ ਜਿੱਤੀਆਂ, ਪਰ ਕਿਸੇ ਨੂੰ ਧਰਮ ਬਦਲਣ ਨਹੀਂ ਕਿਹਾ। ਨਹੀਂ, ਸਾਰੇ ਸੰਸਾਰ ਦੇ ਇਤਿਹਾਸ ਦੇ ਵਿੱਚ ਜਦੋਂ ਲੜਾਈਆਂ ਹੁੰਦੀਆਂ ਨਾ, ਜੇਤੂ ਬਾਦਸ਼ਾਹ ਨਾਲ ਜਿਹੜਾ ਔਰਤਾਂ ਦੀ ਬੜੀ ਬੇਪੱਤੀ ਕਰਦਾ ਹੈ। ਇੱਕ ਮੌਕਾ ਹੈ ਅਜਿਹਾ ਆਇਆ ਕਿ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਇਹ ਮੁਗਲ ਨੇ ਜਿਹੜੇ, ਤੁਰਕ ਨੇ ਜਿਹੜੇ, ਇਹ ਤਾਂ ਜਦੋਂ ਜਿੱਤਦੇ ਨੇ ਤਾਂ ਬੜਾ ਗਲਤ ਕੰਮ ਕਰਦੇ ਨੇ ਔਰਤਾਂ ਦੇ ਨਾਲ। ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਇਹਨਾਂ ਦੀਆਂ ਔਰਤਾਂ ਨਾਲ ਇਹੋ ਜਿਹਾ ਕਰੀਏ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਮ ਲੈ ਜਾਵੋ ਪੰਥ ਉਚੇਰੇ। ਜੇ ਪੰਥ ਨੇ ਉੱਚਾ ਉੱਠਣਾ ਹੈ ਤਾਂ ਪੰਥ ਨੂੰ ਆਪਣਾ ਕੈਰੈਕਟਰ ਵੱਡਾ ਰੱਖਣਾ ਪਏਗਾ, ਆਪਣਾ ਕੈਰੈਕਟਰ ਪਵਿੱਤਰ ਰੱਖਣਾ ਪਏਗਾ। ਜਿਸ ਕੌਮ ਦਾ ਕੈਰੈਕਟਰ ਗੁੰਮ ਗਿਆ, ਉਹ ਕੌਮ ਜਿਹੜੀਆਂ ਢਹਿੰਦੀਆਂ ਕਲਾਂ ਵਿੱਚ ਜਾਏਗੀ, ਉਹ ਨਿਵਾਣਾਂ ਦੇ ਵਿੱਚ ਜਾ ਕੇ, ਖੱਡਾਂ ਦੇ ਵਿੱਚ ਜਾ ਕੇ ਗਿਰ ਜਾਵੇਗੀ। ਇਸ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜੰਗ ਦੇ ਵਿੱਚ ਇੱਕ ਵਾਰੀ ਸਿੰਘਾਂ ਦੇ ਹੱਥ ਇੱਕ ਪਾਲਕੀ ਦੇ ਵਿੱਚ ਬੈਠੀ ਇੱਕ ਲੇਡੀ ਮੁਸਲਮਾਨੀ ਉਹਨਾਂ ਦੇ ਹੱਥ ਲੱਗ ਗਈ। ਉਹਨਾਂ ਨੇ ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਲੈ ਆਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੀ ਕੌਣ ਹੈ? ਕਹਿੰਦੇ ਜੀ ਸਾਨੂੰ ਨਹੀਂ ਪਤਾ।
ਨਾ ਅਸੀਂ ਪਰਦਾ ਚੁੱਕਿਆ, ਨਾ ਅਸੀਂ ਕਿਸੇ ਨਾਲ ਗੱਲ ਕੀਤੀ ਹੈ। ਸਾਨੂੰ ਇਹ ਔਰਤ ਮਿਲੀ, ਅਸੀਂ ਤੁਹਾਡੇ ਕੋਲ ਲੈ ਆਏ ਹਾਂ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਜਿੱਥੇ ਸ਼ਾਬਾਸ਼ ਦਿੱਤੀ, ਉਸ ਵੇਲੇ ਜਿਹੜੀ ਅੰਦਰ ਲੇਡੀ ਬੈਠੀ ਸੀ ਉਹਨੇ ਪਰਦਾ ਪਿੱਛੇ ਕੀਤਾ, ਆਪਣਾ ਮੂੰਹ ਨੰਗਾ ਕੀਤਾ, ਮੁਸਲਮਾਨੀ ਸੀ, ਮੂੰਹ ਨੰਗਾ ਕੀਤਾ, ਅਤੇ ਉਹਨੇ ਇਹ ਕਿਹਾ, ਕਹਿੰਦਾ ਮੈਂ ਨਵਾਬ ਰਹੀਮ ਬਖਸ਼ ਦੀ ਔਰਤ ਹਾਂ, ਅਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਸਿੰਘਾਂ ਵਿੱਚ ਘਿਰ ਕੇ ਵੀ ਮੈਂ ਸਹੀ ਸਲਾਮਤ ਹਾਂ, ਅਤੇ ਤੁਹਾਡਾ ਇਹ ਪੰਥ ਹੈ ਜਿਹੜਾ ਬੜਾ ਉੱਚਾ ਜਾਏਗਾ, ਬੜਾ ਉੱਚਾ ਗਿਆ। ਕਿਤੇ ਵੀ ਸਿੱਖ ਇਤਿਹਾਸ ਵਿੱਚ ਇਹ ਨਜ਼ਰ ਨਹੀਂ ਆਉਂਦਾ ਕਿ ਕਿਸੇ ਨਾਲ ਕੋਈ ਬਦਖੋਈ ਕੀਤੀ ਹੋਵੇ, ਕਿਸੇ ਦੀ ਜ਼ਮੀਨ ਖੋਈ ਹੋਵੇ, ਕਿਸੇ ਦਾ ਧਰਮ ਬਦਲਿਆ ਹੋਵੇ। ਸਗੋਂ ਜੰਗ ਕਰਨ ਦਾ ਤਰੀਕਾ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੈਦ ਖਾਂ ਆਉਂਦਾ, ਬਾਦਸ਼ਾਹ ਦਾ ਏਲਚੀ ਹੈ, ਉਹ ਬਾਦਸ਼ਾਹ ਦਾ ਭੇਜਿਆ ਹੋਇਆ, ਅਤੇ ਉਹ ਕਹਿੰਦਾ ਕਿ ਜੀ ਲੜਾਈ ਕਰਨ ਲਈ ਆਇਆ, ਅਤੇ ਗੁਰੂ ਸਾਹਿਬ ਕਹਿੰਦੇ ਨੇ ਪਹਿਲੇ ਤੂੰ ਵਾਰ ਕਰ। ਇਹ ਕਹਿੰਦੇ ਵੀ ਇਹ ਕਿਹੋ ਜਿਹੇ ਸਿਪਾਹੀ ਨੇ, ਨਹੀਂ ਤਾਂ ਆਮ ਤੌਰ 'ਤੇ ਸਿਪਾਹੀ ਸੋਚਦੇ ਨੇ ਪਹਿਲੇ ਮੈਂ ਵਾਰ ਕਰ ਲਵਾਂ। ਅਤੇ ਗੁਰੂ ਗੋਬਿੰਦ ਸਿੰਘ ਨੂੰ 3 ਮੌਕੇ ਦਿੱਤੇ, ਉਹ ਜਦੋਂ ਫੇਲ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਹੱਲੇ ਵਿੱਚ ਹੀ ਉਹਨੂੰ ਭਾਰ ਬੁਲਾ ਦਿੱਤਾ। ਹਰਗੋਬਿੰਦ ਸਾਹਿਬ ਜੀ ਬਾਰੇ ਤੇ ਪੈਂਦੇ ਖਾਨ ਦੀ ਗੱਲ ਅਸੀਂ ਸੁਣੀ ਹੋਈ ਹੈ। ਪੈਂਦੇ ਖਾਨ ਨੂੰ ਮੌਕਾ ਦਿੱਤਾ, ਪਹਿਲੇ ਤੂੰ ਕਰ ਲੈ ਬਾਤ, ਅਤੇ ਜਦੋਂ ਉਹਨੇ ਕੀਤਾ ਉਹਦੇ ਬਾਅਦ ਸਫਲ ਗਏ। ਤਾਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਕੀ ਪੈਂਦੇ ਖਾਂ ਇੱਦਾਂ ਨਹੀਂ, ਇੱਦਾਂ ਜਿਵੇਂ ਕਿਸੇ ਟੀਚਰ ਨੇ ਸਿਖਾਉਣਾ ਹੁੰਦਾ। ਸੋ ਕਹਿੰਦੇ ਇਤਿਹਾਸ ਦੱਸਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੇ ਇੰਨੀਆਂ ਲੜਾਈਆਂ ਕੀਤੀਆਂ, ਪਰ ਕਿਤੇ ਨਹੀਂ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਗੁੱਸੇ ਵਿੱਚ ਲੜਾਈ ਕੀਤੀ ਹੋਵੇ। ਨਹੀਂ, ਆਮ ਤੌਰ 'ਤੇ ਲੜਾਈ ਕਰਨ ਲੱਗਿਆ ਗੁੱਸਾ ਆਉਂਦਾ, ਪਰ ਕਿਤੇ ਨਹੀਂ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁੱਸਾ ਕੀਤਾ ਹੋਵੇ। ਅਜਿਹੇ ਸਿਪਾਹੀ ਸਨ। ਸੋ ਉਹਨਾਂ ਦੀ ਰੂਹਾਨੀਅਤ ਅਤੇ ਉਹਨਾਂ ਦਾ ਸੁਭਾਅ ਅਤੇ ਉਹਨਾਂ ਦਾ ਸੱਭਿਆਚਾਰ, ਇਹ ਗੱਲਾਂ ਜੋ ਸਨ ਉਹ ਅਜਿਹੀਆਂ ਯੂਨੀਕ ਸਨ ਕਿ ਜਿਨ੍ਹਾਂ ਦਾ ਸਾਰੇ ਸੰਸਾਰ ਵਿੱਚ ਹੋਰ ਮੁਕਾਬਲਾ ਨਹੀਂ ਮਿਲਦਾ। ਫਿਰ ਸਾਧੂ ਟੀ.ਐਲ. ਵਸਵਾਨੀ ਕਹਿੰਦੇ ਨੇ ਕਿ ਮੈਂ ਰੂਸ ਵੱਲ ਨਜ਼ਰ ਮਾਰਦਾ ਵਾਂ। ਜਦੋਂ ਰੂਸ ਵੱਲ ਨਜ਼ਰ ਮਾਰਦਾ ਵਾਂ ਅਤੇ ਉੱਥੇ ਮੈਨੂੰ ਕੌਣ ਨਜ਼ਰ ਆਉਂਦਾ, ਸੌਰੀ ਜਰਮਨੀ ਵੱਲ ਨਜ਼ਰ ਮਾਰਦਾ ਵਾਂ ਅਤੇ ਉੱਥੇ ਮੈਨੂੰ ਕੀ ਨਜ਼ਰ ਆਉਂਦਾ, ਲਿਖਦੇ ਪੀਟਰ ਵੱਡਾ ਸੀ। ਮੈਂ ਫਰਾਂਸ ਵੱਲ ਮੁੜਦਾ ਹਾਂ, ਉੱਥੋਂ ਮੈਂ ਰੂਸੋ ਦੀ ਮਹਾਨ ਸ਼ਖਸੀਅਤ ਵੱਲ ਦਿਖਦਾ ਹਾਂ। ਮੈਂ ਉਸ ਨੂੰ ਅੱਜ ਕੱਲ੍ਹ ਦੇ ਲੋਕ ਰਾਜਾਂ ਦੇ ਪਿੱਛੇ ਹਿਲਦੀ ਰੂਹ ਮੰਨਦਾ ਹਾਂ। ਰੂਸੋ ਵੱਡਾ ਸੀ, ਪਰ ਗੁਰੂ ਗੋਬਿੰਦ ਸਿੰਘ ਰੂਸੋ ਤੋਂ ਵੱਡਾ ਸੀ, ਕਿਉਂਕਿ ਜਦੋਂ ਰੂਸੋ ਆਜ਼ਾਦੀ, ਭਰਪਣ ਅਤੇ ਬਰਾਬਰੀ ਦੀਆਂ ਗੱਲਾਂ ਕਰਦਾ ਸੀ, ਉਸਨੇ ਰੱਬ ਨੇ ਵਿੱਚੋਂ ਕੱਢ ਛੱਡਿਆ ਸੀ। ਫਰੈਂਚ ਰੈਵੋਲੂਸ਼ਨ ਸਾਨੂੰ ਪਤਾ ਹੈ, ਫਰੈਂਚ ਰੈਵੋਲੂਸ਼ਨ ਕਿਹਨਾਂ ਸਿਧਾਂਤ 'ਤੇ ਲੜੀ ਗਈ ਸੀ? ਇਕੁਐਲਿਟੀ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਭਰਪਣ ਦੀ ਲੜਾਈ ਸੀ। ਅਸੀਂ ਸਾਰੇ ਭਰਾ ਹਾਂ, ਪਰ ਉਹ ਕੇਵਲ ਸਿਧਾਂਤ ਦੇ ਲੈਵਲ 'ਤੇ ਰਹਿ ਗਏ। ਜੋ ਅਸਲ ਇਕੁਐਲਿਟੀ, ਫਰੈਟਰਨਿਟੀ ਕੀ ਹੁੰਦਾ? ਭਰਪਣ। ਹੁਣ ਭਰਪਣ ਦੀ ਗੱਲ ਜੇ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਸੰਤ ਦਾ ਨਹੀਂ ਹੈ, ਸਭ ਤੋਂ ਉੱਚਾ ਅਹੁਦਾ ਭਾਈ ਦਾ ਹੈ। ਸੰਤ ਤਾਂ ਇੱਕ ਗੁਰੂ ਨਾਨਕ ਤੋਂ ਇਲਾਵਾ ਹੋਰ ਕੋਈ ਸੰਤ ਨਹੀਂ ਹੈ। ਸਿੱਖਾਂ ਦੇ ਵਿੱਚ ਸਭ ਤੋਂ ਉੱਚਾ ਅਹੁਦਾ ਭਾਈ ਦਾ ਹੈ। ਭਾਈ ਨੰਦ ਲਾਲ ਜੀ, ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ, ਅਸੀਂ ਸਾਰੇ ਭਰਾ ਹਾਂ। ਅੱਜ ਵੀ ਅਸੀਂ ਸਤਿਕਾਰ ਨਾਲ ਜਿਹਨੂੰ ਭਾਈ ਸਾਹਿਬ ਕਹਿੰਦੇ ਆ। ਸੋ ਇਹ ਭਾਈ ਕੌਣ ਹੁੰਦਾ? ਭਰਾ, ਮਾਂ ਦਾ ਜਾਇਆ ਭਰਾ, ਜਿਹਦੇ ਨਾਲ ਖੂਨ ਦਾ ਰਿਸ਼ਤਾ ਹੈ। ਸਾਡਾ ਵੀ ਖੂਨ ਦਾ ਰਿਸ਼ਤਾ ਹੈ। ਸਾਡੀਆਂ ਜੜ੍ਹਾਂ ਦੇ ਵਿੱਚ, ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਦਾ ਖੂਨ ਹੈ। ਉਸਨੇ ਆਪਣਾ ਖੂਨ ਦੇ ਕੇ ਇਸ ਬੂਟੇ ਨੂੰ ਸਿੰਜਿਆ। ਅਤੇ ਜਿੱਥੇ ਖੂਨ ਦਾ ਰਿਸ਼ਤਾ ਹੁੰਦਾ ਨਾ, ਉੱਥੇ ਅਸੀਂ ਸਾਰੇ ਆਪਸ ਵਿੱਚ ਭਰਾ ਹੁੰਦੇ ਹਾਂ। ਅਤੇ ਇਹਨਾਂ ਭਰਾਵਾਂ ਦਾ ਇੱਕ ਗੁਰੂ ਹੈ, ਇੱਕ ਪਿਤਾ ਹੈ, ਇੱਕ ਮਾਤਾ, ਅਤੇ ਇਸ਼ਟ ਵੀ ਇੱਕ ਹੈ। ਹੋਰ ਕਿਸੇ ਦੇਵੀ ਦੇਵਤੇ ਵਿੱਚ ਵਿਸ਼ਵਾਸ ਨਹੀਂ ਕਰਦੇ। ਇਹਨਾਂ ਦਾ ਫੇਥ ਵੀ ਇੱਕ ਵਿੱਚ ਹੈ, ਉਹ ਹੈ ਅਕਾਲ ਪੁਰਖ ਵਿੱਚ। ਸੋ ਇਸ ਮਹਾਨ ਉਸਨੇ ਰੱਬ ਨੂੰ ਵਿੱਚੋਂ ਉਡਾ ਛੱਡਿਆ ਸੀ, ਪਰ ਗੁਰੂ ਗੋਬਿੰਦ ਸਿੰਘ ਜੀ
ਸਾਰੀ ਗੱਲ ਹੀ ਕਰਦੇ ਰੱਬ ਦੀ ਕਰਦੇ ਹਨ। ਕੂਦ ਕਿਤੇ ਆਉਦ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਸਾਰੀ ਗੱਲ ਹੀ ਮੁਕਾ ਦਿੰਦੇ ਨੇ। ਸਾਰਾ ਜੱਗ ਹੈ ਜਿਹੜਾ ਭੈੜੀਆਂ ਫਜ਼ੂਲ ਦੀਆਂ ਰਸਮਾਂ ਦੇ ਵਾਜਾਂ ਦੇ ਵਿੱਚ ਫਸਿਆ ਹੋਇਆ, ਭਗਵਾਨ ਦਾ ਭੇਦ ਨਹੀਂ ਪਾਇਆ। ਭਗਵਾਨ ਦਾ ਕਿਵੇਂ ਭੇਦ ਪੈ ਸਕਦਾ? ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਸਾਡੀ ਸ਼ਕਤੀ ਹੈ, ਪ੍ਰੇਮ ਤੋਂ ਹੀ ਇਹ ਖਾਲਸਾ ਉਪਜਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਪ੍ਰੇਮ ਦੀ ਗੱਲ ਕੀਤੀ ਸੀ, ਜੋ ਤੋਂ ਪ੍ਰੇਮ ਖੇਲਣ ਕਾ ਚਾਓ ਆ ਜਾਓ। ਪ੍ਰੇਮ ਵੀ ਦੀ ਖੇਡ ਹੈ, ਪ੍ਰੇਮੀਆਂ ਨੇ ਪ੍ਰੇਮ ਦੀਆਂ ਖੇਡਾਂ ਖੇਡੀਆਂ। ਜੇ ਤੁਸੀਂ ਪ੍ਰੇਮ ਦੀ ਖੇਡ ਖੇਡੀ ਹੈ ਤਾਂ ਉਹ ਪ੍ਰੇਮ ਖੇਡਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ। ਐਸਾ ਪ੍ਰੇਮ ਨਿਭਾਓ ਕਿ ਤੁਹਾਨੂੰ ਸੀਸ ਵੀ ਵਾਰ ਨਾ ਪੈ ਜਾਵੇ ਤਾਂ ਤੁਸੀਂ ਪਿੱਛੇ ਨਾ ਹਟੋ। ਸੋ ਗੁਰੂ ਗੋਬਿੰਦ ਸਿੰਘ ਨੇ ਪ੍ਰੇਮਾ ਭਗਤੀ ਦਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਪ੍ਰੇਮਾ ਭਗਤੀ ਦਾ ਅਜਿਹਾ ਸੁਨੇਹਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੇ ਰੱਬ ਅਤੇ ਮਨੁੱਖ ਦੇ ਪਿਆਰ ਵਿੱਚ, ਹੁਣ ਮਨੁੱਖ ਦੀ ਪਿਆਰ ਦੀ ਸਮਾਂ ਹੋ ਗਿਆ ਮੇਰਾ, ਪਰ ਮੈਂ 1 ਮਿੰਟ ਲਵਾਂਗੀ। ਅੱਜ ਕੱਲ੍ਹ ਅਸੀਂ ਨਾ ਸਕਾਲਰਸ ਨੇ ਜਿਹੜੇ ਵਿਦਵਾਨ ਨੇ ਉਹ ਬੜੇ ਸੈਮੀਨਾਰ ਕਰਦੇ ਲਿਖਦੇ ਜੀ ਗੁਰੂ ਨਾਨਕ ਐਜ਼ ਅ ਹਿਊਮਨਿਸਟ। ਹਿਊਮਨਿਸਟ, ਵਾਟ ਇਜ਼ ਹਿਊਮਨਿਜ਼ਮ? ਹੈ ਕੀ ਇਹ ਹਿਊਮਨ? ਬਈ ਮਨੁੱਖ ਹੀ ਪ੍ਰਧਾਨ ਹੈ। ਹਿਊਮਨਿਜ਼ਮ ਨੇ ਵੀ ਮਨੁੱਖਤਾ ਦੀ ਗੱਲ ਕਰਦਿਆਂ ਰੱਬ ਨੂੰ ਵਿੱਚੋਂ ਕੱਢ ਛੱਡਿਆ। ਗੁਰੂ ਨਾਨਕ ਦਾ ਹਿਊਮਨਿਜ਼ਮ ਆਮ ਜਿਹੜੇ ਅੱਜ ਕੱਲ੍ਹ ਦੇ ਹਿਊਮਨਿਜ਼ਮ ਹਨ ਉਹਨਾਂ ਤੋਂ ਉਚੇਰਾ ਹੈ, ਕਿਉਂਕਿ ਗੁਰੂ ਨਾਨਕ ਦਾ ਹਿਊਮਨਿਜ਼ਮ ਕੀ ਕਹਿੰਦਾ ਕਿ ਸਾਰੇ ਮਨੁੱਖਾਂ ਦੇ ਵਿੱਚ ਇੱਕ ਜੋਤ ਹੈ ਜਿਹੜੀ ਉਹ ਪਸਰੀ ਹੈ। ਸਰਬ ਜੋਤ ਤੇਰੀ ਪਸਰ ਰਹੀ, ਤੇਰੀ ਜੋਤ ਹੀ ਪਸਰ ਰਹੀ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਰੱਬ ਅਤੇ ਮਨੁੱਖ ਦੇ ਪਿਆਰ ਵਿੱਚ ਸੁਤੰਤਰ ਖਾਲਸਾ ਰਾਜ ਬਣਾਇਆ। ਰੱਬ ਨੂੰ ਤਾਂ ਪ੍ਰੇਮ ਕਰਦੇ ਸੀ, ਮਨੁੱਖ ਨੂੰ ਵੀ ਓਨਾ ਹੀ ਪ੍ਰੇਮ ਕਰਦੇ ਸੀ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੁਰਾ। ਇਸ ਤੋਂ ਬਾਅਦ ਗੁਰੂ ਸਾਹਿਬ ਹੋਰ ਕੀ ਕਹਿ ਸਕਦੇ ਨੇ? ਇਸ ਮਹਾਨ ਗੁਰੂ ਨੇ ਆਪਣੇ ਵਿਰੋਧੀ ਮਹਾਨ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਚਿੱਠੀ ਵਿੱਚ ਲਿਖਿਆ, ਤੂੰ ਆਪਣੇ ਦੁਨਿਆਵੀ ਰਾਜ ਅਤੇ ਦੌਲਤ ਵੱਲ ਦੇਖਦਾ ਹੈ, ਪਰ ਮੈਂ ਪਰਮਾਤਮਾ ਦੇ ਅਮਰ ਰਾਜ ਵੱਲ ਦੇਖਦਾ ਹਾਂ। ਮੇਰੀ ਟੇਕ ਅਕਾਲ ਪੁਰਖ 'ਤੇ ਆ, ਅਤੇ ਜਿਹਦੀ ਅਕਾਲ ਪੁਰਖ 'ਤੇ ਟੇਕ ਹੋਵੇ ਤਾਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਖਾਲਸਾ ਵਾਹਿਗੁਰੂ ਜੀ ਦਾ ਹੈ, ਵਾਹਿਗੁਰੂ ਜੀ ਦੀ ਤਾਂ ਹਮੇਸ਼ਾ ਹੀ ਫਤਿਹ ਹੋਣੀ ਹੈ, ਉਹਨਾਂ ਦੀ ਤਾਂ ਹਮੇਸ਼ਾ ਜਿੱਤ ਹੋਣੀ ਹੈ। ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਨੂੰ ਅਗਾਂਹ ਧੱਕਣ ਵਾਲੀ ਸ਼ਕਤੀ ਸਨ। ਇੱਥੇ ਮੈਂ ਥੋੜ੍ਹਾ ਬਹੁਤ ਐਗਰੀ, ਹਿੰਦੁਸਤਾਨ ਸਾਰੀ ਮਨੁੱਖਤਾ ਨੂੰ ਅਗਾਂਹ ਧੱਕਣ ਦੀ ਸ਼ਕਤੀ ਰੱਖਦੇ ਸਨ। ਸੋ ਅਜਿਹੇ ਸਨ ਸਾਡੇ ਗੁਰੂ ਸਾਹਿਬਾਨ। ਅਜਿਹਾ ਪਾਠ ਪੜ੍ਹਾਇਆ ਸਾਨੂੰ ਗੁਰੂ ਸਾਹਿਬ ਨੇ ਕਿ ਜਿਵੇਂ ਅਲਟੀਮੇਟ, ਇਸ ਤੋਂ ਉੱਪਰ ਹੋਰ ਕੁਛ ਹੋ ਹੀ ਨਹੀਂ ਸਕਦਾ। ਜੋ ਗੁਰੂ ਸਾਹਿਬ ਨੇ ਕੀਤਾ ਇਸ ਤੋਂ ਵੱਧ ਕੀ ਕਰ ਲਓਗੇ? ਪਿਤਾ, ਬੱਚੇ, ਆਪਣੀ ਜਨਮ ਭੂਮੀ, ਆਪਣਾ ਸਭ ਕੁਛ ਜੰਗਲਾਂ ਦੇ ਵਿੱਚ, ਜੇ ਦੁਨਿਆਵੀ ਅਰਥਾਂ ਵਿੱਚ ਕਹੀ ਤਾਂ ਭਟਕ ਰਹੇ ਨੇ, ਪੈਰੋਂ ਨੰਗੇ ਨੇ। ਪਤਾ ਹੈ ਸਾਨੂੰ ਹੁਣ ਸਮਾਂ ਨਹੀਂ ਹੈ, ਮੈਂ ਇਹ ਨਵਾਂ ਵਿਸ਼ਾ ਨਾ ਛੋੜਾਂ, ਪਰ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਜੁੜ ਬੈਠੀਏ। ਉਹ ਕੇਵਲ ਪ੍ਰੇਮ ਦੇ ਹੀ ਭੁੱਖੇ ਨੇ। ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਭਾਉ ਭਗਤ ਕਾ ਭੁੱਖਾ। ਜੇ ਅਸੀਂ ਭਾਉ ਭਗਤ ਦੇ ਨਾਲ ਪ੍ਰੇਮਾ ਭਗਤੀ ਕਰਾਂਗੇ ਤਾਂ ਗੁਰੂ ਸਾਨੂੰ ਹਮੇਸ਼ਾ ਆਪਣੇ ਲੜ ਲਾਏਗਾ, ਆਪਣੇ ਸੀਨੇ ਨਾਲ ਲਾ ਕੇ ਰੱਖੇਗਾ। ਜਿਨ੍ਹਾਂ ਨੇ ਗੁਰੂ ਦੀ ਟੇਕ ਲਈਏ ਉਹ ਦੁਨੀਆ ਵਿੱਚ ਕਦੀ ਵੀ ਨਹੀਂ ਹਾਰਦੇ। ਜਿਹੜੇ ਸੱਚ 'ਤੇ ਖੜੇ ਹਨ, ਸੱਚ ਗੁਰੂ ਕੀ ਹੈ, ਸੱਚ 'ਤੇ ਚੱਲਣ ਵਾਲਾ ਹੀ ਗੁਰੂ ਦੇ ਨੇੜੇ ਹੋ ਸਕਦਾ। ਆਓ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰੀਏ ਅਤੇ ਗੁਰੂ ਸਾਹਿਬ ਦੇ ਸੱਚੇ ਸੁੱਚੇ ਪ੍ਰੇਮ ਦੇ ਅਧਿਕਾਰੀ ਬਣੀਏ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ